लोक सभा जिमनी चोण नूं लैके की कहना चाहोगे? संगरूर दे विच जिहड़ी हुण सारियां पार्टियां जिहड़ियां चोण लड़ रही ने ते नाल भी पंथक मुद्दे नूं ज़्यादा मुद्दा बनाया जा रहा, किस तरह देखते हो? पहली गल तां कि जिहड़ी ये इलैक्शन बाई इलैक्शन आई है उस पार्टी दी सरकार है ਜਿਹੜੇ ਕਹਿੰਦੇ ਅਸੀਂ ਖਰਚਾ ਘਟਾਉਣਾ ਹੈ ਤੇ ਜੇ ਐਮਪੀ ਬਣੇ ਵੇ ਸੀ ਭਗਵੰਤ ਮਾਨ ਜੀ, ਜੇ ਉਹ ਆਪਣੇ ਐਮਪੀ ਦੀ ਟਰਮ ਪੂਰੀ ਕਰਦੇ ਤਾਂ ਆ ਖਰਚਾ ਇਲੈਕਸ਼ਨ ਦਾ ਭਾਰ ਲੋਕਾਂ ਤੇ ਨਹੀਂ ਸੀ ਪੈਣਾ। ਬਤੌਰ ਐਮਪੀ ਮੈਂ ਬਿਲਕੁਲ ਸਮਝਦੀ ਹਾਂ ਕਿ ਉਹਨਾਂ ਦੀ ਅੱਛੀ ਪਰਫਾਰਮੈਂਸ ਰਹੀ ਸੀ ਔਰ ਅੱਛਾ ਰਿਪਰੈਜ਼ੈਂਟ ਪੰਜਾਬ ਨੂੰ ਉੱਥੇ ਕਰਦੇ ਸੀ। ਇੱਕ ਤਾਂ ਉੱਥੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਥਾਂ ਤੋਂ ਆ ਕੇ ਤੇ ਮੁੜ ਕੇ ਇਲੈਕਸ਼ਨ ਕਰਾ ਕੇ ਖਰਚਾ ਹੋਇਆ ਨੰਬਰ 1। ਨੰਬਰ 2 ਕਿ ਜਿਹੜੇ ਇਹ ਸਰਕਾਰ ਨੇ ਵਾਅਦੇ ਕੀਤੇ, ਕੇਜਰੀਵਾਲ ਜੀ ਨੇ ਖਾਸ ਤੌਰ 'ਤੇ ਗਰੰਟੀਆਂ ਦਿੱਤੀਆਂ ਸੀ 30-31 ਔਰ ਉਹ ਗਰੰਟੀਆਂ ਦੇ ਨਾਲ ਇਕੱਲਾ ਵਾਅਦਾ ਹੀ ਨਹੀਂ ਸੀ ਕੀਤਾ, ਵਾਅਦੇ ਦੀ ਥਾਂ ਗਰੰਟੀ ਲਫ਼ਜ਼ ਵਰਤਿਆ ਸੀ ਕਿ ਬਲੂ ਪ੍ਰਿੰਟ ਤਿਆਰ ਹੋਇਆ ਬਹਿੰਦਿਆਂ ਸਾਰ ਅਸੀਂ ਆਹ ਕੰਮ ਸ਼ੁਰੂ ਕਰ ਦੇਣਾ ਹੈ। ਉਹਨਾਂ ਤੋਂ ਇਹ ਬਿਲਕੁਲ ਮੁੱਕਰ ਗਏ ਨੇ, ਪਿੱਛੇ ਹਟ ਗਏ ਨੇ। ਫਾਰ ਐਗਜ਼ਾਮਪਲ ਕਿ 1000 ਰੁਪਇਆ ਬਾਰ-ਬਾਰ ਕਹਿੰਦੇ ਸੀ ਪੈਨਸ਼ਨ ਔਰਤਾਂ ਨੂੰ, ਅੱਜ ਤੱਕ ਤੀਜਾ ਮਹੀਨਾ ਸ਼ੁਰੂ ਹੋ ਗਿਆ। ਅਸੀਂ ਨਹੀਂ, ਮੈਂ ਨਹੀਂ ਕਹਿੰਦੀ, ਮੈਂ ਤਾਂ ਕਹਿੰਦੀ ਹਾਂ ਕਿ ਠੀਕ ਹੈ ਸਰਕਾਰ ਨੂੰ ਕੁਛ ਟਾਈਮ ਲੱਗਦਾ ਹੈ, ਪਰ ਕਿਉਂਕਿ ਸਰਕਾਰ ਨੇ ਕਿਹਾ ਸੀ ਸਾਡੇ ਕੋਲ ਤਾਂ ਤਿਆਰ ਪਿਆ ਹੈ, ਅਸੀਂ ਤਾਂ ਇੰਨਾ ਪੈਸਾ, ਇੰਨਾ ਖਜ਼ਾਨਾ, ਇੰਨਾ ਈਅਰ ਮਾਰਕ ਕਰੀ ਬੈਠੇ ਹਾਂ, ਸਾਡੇ ਕੋਲ ਪੈਸਾ ਹੈਗਾ। ਅਤੇ ਫਿਰ ਕੇਜਰੀਵਾਲ ਜੀ ਵਿੱਚ ਅਤੇ ਜਿਹੜੇ ਹੋਰ ਲੋਕ ਵਾਅਦੇ ਕਰਕੇ ਕਰਦੇ, ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਵਾਅਦੇ ਕਰਕੇ, ਝੂਠੇ ਵਾਅਦੇ ਕਰਕੇ ਮੁੱਕਰਦੇ ਆ, ਉਹਨਾਂ ਵਿੱਚ ਅਤੇ ਕੇਜਰੀਵਾਲ ਜੀ ਵਿੱਚ ਕੀ ਫਰਕ ਰਹਿ ਗਿਆ? ਚਾਹੇ ਇਹਨਾਂ ਨੇ ਬੱਸਾਂ ਦੇ ਮੁਫਤ ਪਾਸ ਕਰੇ ਸੀ, ਸੁਬਾਹ ਨੂੰ ਫੈਸਲਾ ਹੁੰਦਾ, ਸ਼ਾਮ ਨੂੰ ਵਾਪਸ ਲੈ ਲੈਂਦੇ ਆ। ਚਾਹੇ ਇਹਨਾਂ ਨੇ ਜਿਹੜੇ ਗਰੀਬਾਂ 'ਤੇ ਮਾਰ ਜ਼ਿਆਦਾ ਕੀਤੀ ਹੈ, ਗਰੀਬਾਂ ਦੀ ਪਾਰਟੀ ਕਹਾਉਂਦੀ ਹੈ, ਜਿਹੜੇ ਆ ਛੋਟੇ ਮੋਟੇ ਬਣੇ ਹੋਏ ਆ ਮੋਟਰਸਾਈਕਲਾਂ 'ਤੇ ਲੱਗੇ ਆ, ਮੇਰੇ ਹੁੰਦੇ ਵੀ ਆਏ ਸੀ ਮੂਨਕ ਵਗੈਰਾ। ਮੈਂ ਵੀ ਕਹਿੰਦੀ ਸੀ ਵੀ ਜੇ ਇੱਕ ਗਰੀਬ ਆਦਮੀ ਗਲੀ ਬਾਜ਼ਾਰ ਦੇ ਵਿੱਚ ਕੋਈ ਨਹੀਂ ਵੱਡੀ ਗੱਡੀ ਜਾ ਸਕਦੀ, ਜੇ ਕੋਈ ਰੋਟੀ ਕਮਾਉਂਦਾ, ਰੋਟੀ ਉਹ ਕਮਾਉਂਦਾ ਨਾ, ਇਹ ਤਾਂ ਹੈ ਨਹੀਂ ਕਿ ਇੱਕ ਸਕੂਟਰ ਰਿਕਸ਼ੇ ਵਾਲਾ ਬਹੁਤ ਵੱਡਾ ਕੋਈ ਕਾਰੋਬਾਰ ਹੈਗਾ, ਤਾਂ ਰੋਟੀ ਜੋਗਾ ਕਾਰੋਬਾਰ ਹੈ। ਉਹ ਇਹਨਾਂ ਨੇ ਪਹਿਲਾਂ ਬੰਦ ਕਰਾ ਤੇ ਫਿਰ ਵਾਪਸ ਕਰ ਲਏ। ਇਸੇ ਤਰ੍ਹਾਂ ਜਿਹੜੇ ਕਹਿੰਦੇ ਸੀ ਬਿੱਲ ਬਿਜਲੀ ਦੇ ਇੰਨੀ ਸਸਤੀ ਕਰ ਦਿਆਂਗੇ, ਉਹ ਤਾਂ ਹੋਈ ਨਹੀਂ, ਅਤੇ ਜੋ ਸਸਤਾ ਕੀਤਾ ਲੋਕਾਂ ਦੇ ਸਾਹਮਣੇ ਹੈ, ਉਹਦੇ ਸਗੋਂ ਖਿਲਾਫ ਸਾਡੇ ਪੰਜਾਬ 'ਚ ਮੁੱਦਾ ਹੈ, ਨਸ਼ਿਆਂ ਦੇ ਖਿਲਾਫ ਮੁੱਦਾ ਹੈ। ਅਤੇ ਨਸ਼ਿਆਂ ਦੇ ਖਿਲਾਫ ਮੁੱਦੇ ਵਾਲੇ ਦੇ ਵਿੱਚ ਇਹੀ ਇਹਨਾਂ ਨੂੰ ਇਕੱਲਾ ਰੈਵਨਿਊ ਦੀ ਚੀਜ਼ ਲੱਭੀ ਸੀ ਕਿ ਅਸੀਂ ਉਹ ਸਸਤੀ ਕਰ ਰਹੇ ਹੈਗੇ ਹਾਂ, ਅਤੇ ਸਸਤਾ ਕਰਦੇ ਦੁੱਧ, ਸਸਤੀ ਕਰਦੇ ਬਿਜਲੀ, ਸਸਤੀ ਕਰਦੇ ਖੰਡ, ਆਟਾ, ਰੋਟੀ, ਇਹ ਸਸਤੀ ਕਰਦੇ ਕੋਈ ਵੀ ਚੀਜ਼ ਜਿਹੜੀ ਹੈਗੀ ਸੀ, ਗੈਸ ਸਸਤੀ ਕਰਦੇ। ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਤੋਂ ਪਿੱਛੇ ਮੁਨਕਰ ਹੋਏ ਨੇ। ਇਸ ਤੋਂ ਵੀ ਇਲਾਵਾ ਪਰਸੋਂ ਚੌਥੇ ਮੈਂ ਦੇਖਿਆ ਕਿ ਜਿਹੜੇ ਯੂਨੀਵਰਸਿਟੀ ਦੇ ਬੱਚੇ, ਲੜਕੇ ਲੜਕੀਆਂ ਪੰਜਾਬ ਯੂਨੀਵਰਸਿਟੀ ਦੇ, ਉਹਨਾਂ 'ਤੇ ਡਾਂਗਾਂ ਦੀ ਵਿਛਾੜ ਕੌਣ ਕਰ ਰਹੀ ਹੈ? ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਨਹੀਂ, ਪੰਜਾਬ ਪੁਲਿਸ ਕਰ ਰਹੀ ਹੈ। ਜਿੱਥੇ ਭਗਵੰਤ ਮਾਨ ਜੀ ਖੁਦ ਕਹਿੰਦੇ ਆਉਂਦੇ ਸੀ ਸਾਡੇ ਨੌਜਵਾਨ ਹੈ, ਆਹ ਹੈ, ਜੇ ਹੈ, ਉਹ ਹੈ, ਉੱਥੇ ਵਿਛਾੜ ਹੋਈ ਹੈ ਡਾਂਗਾਂ ਦੀ, ਜਿਹੜੀ ਕਿ ਨਿੰਦਣਯੋਗ ਅਤੇ ਸ਼ਰਮਨਾਕ ਗੱਲ ਹੈਗੀ ਹੈ। ਤੀਜੀ ਚੀਜ਼ ਇਹ ਕਹਿੰਦੇ ਹੁੰਦੇ ਬਾਹਰ ਨਹੀਂ ਅਸੀਂ ਜਾਣ ਦੇਣੇ, ਇੱਥੇ ਗੋਰੇ ਨੌਕਰੀਆਂ ਮੰਗਣ ਆਉਣਗੇ। ਗੋਰੇ ਤਾਂ ਜਦੋਂ ਆਉਣਗੇ ਦੇਖਾਂਗੇ ਨੌਕਰੀਆਂ ਮੰਗਣ, ਇਹ ਤਾਂ ਨੌਕਰੀਆਂ ਹੈ ਹੀ ਨਹੀਂ, ਇੰਨੇ ਜ਼ਿਆਦਾ ਨੌਕਰੀ ਦੇਵਾਂਗੇ, ਦਿੱਤੀ ਹੋਈ ਨਹੀਂ। ਅਤੇ ਜੇ ਹੋਰ ਨਹੀਂ ਹੈ, ਜੇ ਗੋਰੇ ਆਉਂਦੇ, ਤੁਸੀਂ ਹੀ ਭਗਵੰਤ ਮਾਨ ਜੀ ਆਪਦੇ ਬੱਚਿਆਂ ਨੂੰ ਉੱਥੇ ਗੋਰਿਆਂ ਦੀਆਂ ਨੌਕਰੀਆਂ ਛੁਡਾ ਕੇ ਇੱਥੇ ਕਰਨ ਲਾ ਲਓ। ਉੱਥੇ ਗੋਰਿਆਂ ਦੀਆਂ ਕੰਪਨੀਆਂ 'ਚ ਹੀ ਕੰਮ ਕਰਦੇ ਆ ਨਾ ਤੁਹਾਡੇ ਆਪਣੇ ਬੱਚੇ, ਉਹੀ ਉੱਥੇ ਲੈ ਆਓ ਤੁਸੀਂ। ਸਾਡੇ ਬੱਚੇ ਆ, ਸਾਡੇ ਪੰਜਾਬ ਦੇ ਬੱਚੇ ਆ, ਤੁਹਾਡੇ ਬੱਚੇ ਆ। ਇਸੇ ਤਰ੍ਹਾਂ ਨਾਲ ਜਿਹੜਾ ਪੰਜਾਬ ਦਾ ਪਾਣੀ ਹੈ, ਉਹਨੂੰ ਕੇਜਰੀਵਾਲ ਜੀ ਕਹਿੰਦੇ ਆ ਮੈਂ ਹਰਿਆਣਾ ਅਤੇ ਦਿੱਲੀ ਦੇਣਾ। ਅੱਜ ਪੰਜਾਬ ਦੇ ਜ਼ਮੀਨ ਤਾਂ ਬੀਜੇਪੀ ਵਾਲੇ ਖੋਈ ਜਾਂਦੇ ਆ। ਕਿਸਾਨ ਮੋਰਚਾ ਤਾਂ ਹੀ ਲੱਗਿਆ ਨਾ ਕਿ ਉਹ ਟੇਢੇ ਬਿੰਗੇ ਢੰਗ ਨਾਲ ਖੋਲ੍ਹਦੇ ਸੀ, ਔਰ ਇਵੇਂ ਜਿਵੇਂ BSF ਨੂੰ ਪੰਜਾਬ 'ਚ ਵਾੜ ਕੇ ਪੰਜਾਬ 'ਤੇ ਕਬਜ਼ਾ ਕਰ ਰਹੇ ਸੀ। ਅੱਜ ਕ੍ਰਾਈਮ ਘੱਟ ਹੋ ਗਿਆ, ਮੋਦੀ ਜੀ ਨਹੀਂ ਪੁੱਛਦੀਆਂ ਮੈਂ, ਹੋ ਗਿਆ ਕ੍ਰਾਈਮ ਘੱਟ। ਇਹ ਸਾਰੀ ਚੀਜ਼। ਦੂਜੀ ਗੱਲ, ਕ੍ਰਾਈਮ ਜਿਹੜਾ ਸਟੇਟ ਦਾ ਵੀ ਏਜੰਡਾ ਹੈ, ਅੱਜ ਕੀ ਕੰਪੈਰੇਟਿਵਲੀ ਪਿਛਲੀਆਂ ਸਰਕਾਰਾਂ, ਮੈਂ ਨਹੀਂ ਕਹਿੰਦੀ ਕਿ ਕਾਂਗਰਸ ਦੁੱਧ ਧੋਤੀ ਹੈ, ਸਾਰਾ ਕੁਛ ਠੀਕ ਕੀਤਾ, ਅਕਾਲੀ ਦੁੱਧ ਧੋਤਾ, ਸਭ ਕੁਛ ਕੀਤਾ। ਜਦੋਂ ਇੱਕ ਪੋਲੀਟੀਕਲ ਲੋਕਾਂ ਦੀ ਆਸਥਾ 'ਤੇ ਕੋਈ ਸਰਕਾਰ ਆਉਂਦੀ ਹੈ ਤਾਂ ਉਹਦਾ ਕੰਪੈਰੀਜ਼ਨ ਹੁੰਦਾ ਹੈਗਾ। ਉਸ ਕੰਪੈਰੀਜ਼ਨ 'ਚ ਕਿੰਨਾ ਕ੍ਰਾਈਮ ਆਹ 3 ਮਹੀਨਿਆਂ 'ਚ ਇਹਨਾਂ ਦੇ ਸਮੇਂ 'ਚ ਵਧਿਆ ਅਤੇ ਕਿੰਨਾ ਕਾਂਗਰਸ, ਕਿੰਨਾ ਅਕਾਲੀ ਦਿਆਂ 'ਚ, ਇਹ ਰੱਖਣ ਵਾਈਟ ਪੇਪਰ ਸਾਹਮਣੇ ਲੈ ਕੇ ਆਉਣ। ਕਿਸ ਤਰੀਕੇ ਨਾਲ ਕੱਲ੍ਹ ਅੰਮ੍ਰਿਤਸਰ, ਤੁਸੀਂ ਤਾਂ ਸਭ ਤੋਂ ਵੱਧ ਜਾਣਦੇ ਹੋ ਮੀਡੀਆ ਦੇ ਵਿੱਚ,
12 ਘੰਟਿਆਂ 'ਚ 3 ਕਤਲ। ਆ ਜਲੰਧਰ ਕੋਠੇ ਤੇ ਬੰਦੂਕ ਲੈ ਕੇ ਡਕੈਤੀ ਜਿਹਨੂੰ ਕਹਿੰਦੇ ਆ। ਪਰ ਬੀਬੀ ਜੀ ਹਜੇ ਤੱਕ ਮੂਸਾਵਾਲਾ ਦਾ ਕਤਲ ਹੈ ਜਿਹੜਾ, ਉਹਦੇ ਆਰੋਪੀਆਂ ਨੂੰ ਫੜ ਨਹੀਂ ਸਕੀ। ਨਹੀਂ, ਮੈਂ ਇਹੀ ਕਹਿੰਦੀ ਹਾਂ ਤੁਹਾਨੂੰ, ਉੱਥੇ ਹੀ ਆ ਰਹੀ ਸੀ ਮੈਂ। ਇਹ ਕ੍ਰਾਈਮ ਇੰਨਾ ਵੱਧ ਗਿਆ, ਡਰ ਸਹਿਮ ਇੰਨਾ ਵੱਧ ਗਿਆ, ਇੰਨੀ ਗੁੰਡਾਇਜ਼ਮ ਜਿਹੜਾ ਹੈਗਾ, ਜਿਹੜਾ ਵੀ ਬੈਡ ਐਲੀਮੈਂਟ ਹੈ ਉਹ ਇੰਨਾ ਨਿਧੜਕ ਹੋ ਗਿਆ। ਦਿਨ ਦਿਹਾੜੇ ਕਰਦੇ ਅੱਜ ਹਰੇਕ ਬੰਦਾ ਉਵੇਂ ਡਰ ਰਿਹਾ ਜਿਵੇਂ ਅੱਤਵਾਦ ਦੇ ਸਮੇਂ 'ਚ ਡਰਦਾ ਸੀ। ਅਤੇ ਆਹ ਜਿਹੜਾ ਮੂਸੇਵਾਲੇ ਦਾ ਕਹਿੰਦੇ ਹੋ, ਮੂਸੇਵਾਲੇ ਦਾ ਜੇ ਗਵਰਨਮੈਂਟ ਆਫ ਇੰਡੀਆ ਨੇ ਵੀ ਜੋ ਹੁਣ ਸੁਣਦੇ ਆ ਕਿ ਇਨਫਾਰਮ ਕਰਤਾ ਸੀ, ਜੇ ਇਹਨਾਂ ਦੀ ਵੀ ਇੰਟੈਲੀਜੈਂਸ ਵਿੰਗ ਨੇ ਇਨਫਾਰਮ ਕਰਤਾ ਸੀ, ਤਾਂ ਉੱਥੇ ਇਕੱਲੀ ਸੰਜਮ ਅਤੇ ਬਚਤ ਆਉਣੀ ਸੀ ਕਿ ਉਹਨਾਂ ਸਿਕਿਉਰਿਟੀ ਉੱਥੇ ਸਭ ਜ਼ਿਆਦਾ ਸਿਕਿਉਰਿਟੀ ਦਿੰਦੇ। ਇਹ ਆਪ ਕਲਾਕਾਰ ਨੇ, ਇੱਕ ਕਲਾਕਾਰ ਸੀ ਸਾਡਾ ਦੇਸ਼ ਦੁਨੀਆ 'ਚ ਨਾਂ ਉੱਚਾ ਕਰਨ ਵਾਲਾ, ਉਹਦੀ ਸਿਕਿਉਰਿਟੀ ਵੀ ਵਾਪਸ ਲਈ। ਦੂਜਾ ਗੁਨਾਹ ਕਿ ਉਹ ਅਨਾਊਂਸ ਕੀਤੀ ਕਿ ਵਾਪਸ ਕਰ ਲਈ ਅਸੀਂ। ਅੱਜ ਤੱਕ ਉਹ ਬੰਦੇ ਇੱਧਰ ਉਹਨੂੰ ਫੜ ਲਿਆ, ਫਲਾਨੀ ਸਟੇਟ ਦਾ ਫੜ ਲਿਆ, ਝੁਮਕਾ ਖੂਹ 'ਚ ਇੱਟ ਮਾਰਨ ਨੂੰ ਗੱਲ ਕਰਦੇ ਨੇ। ਅਜੇ ਸਾਨੂੰ ਆਸ ਨਹੀਂ ਕਿ ਅਸਲੀ ਥਾਂ 'ਤੇ ਕਿਤੇ ਪਹੁੰਚੇ ਹੋਣਗੇ। ਤੀਜੀ ਗੱਲ ਜਿਹੜੀ ਹੋਰ ਮੈਨੂੰ ਅਫਸੋਸ ਹੈ, ਸਪੈਸ਼ਲੀ ਭਗਵੰਤ ਮਾਨ ਉਹਨਾਂ 'ਤੇ, ਮੈਂ ਤੁਹਾਡੀ ਚੈਨਲ ਨਾਲ ਤਾਰੀਫ ਵੀ ਕੀਤੀ ਸੀ ਕਿ ਭਗਵੰਤ ਮਾਨ ਮੀਨਸ ਆਪ ਆਦੀ ਪਾਰਟੀ। ਮੈਨੂੰ ਲੱਗਦਾ ਸੀ ਕਿ ਪਿੰਡਾਂ ਦੀਆਂ ਗਲੀਆਂ 'ਚ ਉੱਠ ਕੇ ਆਇਆ ਮੁੰਡਾ, ਇਹਨੂੰ ਮੌਕਾ ਮਿਲਿਆ, ਚੰਗਾ ਇਹਨੂੰ ਕੰਮ ਕਰੂਗਾ ਆ ਕੇ। ਭ੍ਰਿਸ਼ਟਾਚਾਰ ਨੂੰ ਲੈ ਕੇ ਜਿਹੜੇ ਸਾਧੂ ਸਿੰਘ ਧਰਮਸੋਤ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ 2000 ਕਰੋੜ ਰੁਪਇਆ ਦਾ ਜਿਹੜਾ ਆਰੋਪ ਲਾਇਆ ਜਾ ਰਿਹਾ ਭਾਰਤ ਭੂਸ਼ਣ ਆਸ਼ੂ 'ਤੇ, ਕਿਸ ਤਰ੍ਹਾਂ ਦੇਖ ਰਹੇ ਹੋ? ਆਰੋਪ ਲਾਉਣੇ ਬੜੇ ਸੁਖਾਲੇ ਹੁੰਦੇ ਆ, ਜਦੋਂ ਪ੍ਰੂਵ ਹੋਊ ਦੇਖੀ ਜਾਊਗੀ। ਅਜੇ ਤਾਂ ਜਿਵੇਂ ਸਾਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਮਿਨਿਸਟਰਾਂ ਦੇ ਹੱਕ 'ਚ ਆਏ ਕਰਪਸ਼ਨ ਦੇ, ਇਹਨਾਂ ਨੂੰ ਪੁੱਛੋ ਦਿੱਲੀ 'ਚ ਤੁਹਾਡਾ ਹੈਲਥ ਮਿਨਿਸਟਰ ਫੜਿਆ ਗਿਆ ਹੈ, ਈਡੀ ਨੇ ਪੈਸੇ ਵੀ ਫੜ ਲਏ, ਸਾਡੇ ਤਾਂ ਕੁਛ ਫੜਿਆ ਨਹੀਂ ਗਿਆ ਜੀ, ਇਲਜ਼ਾਮ ਹੀ ਹੈ ਨਾ। ਸੋ ਇਹ ਸਾਰਾ ਟੈਕਸ ਨੇ ਪੋਲੀਟੀਕਲ ਸਿਲੈਕਸ਼ਨ ਕਰਕੇ। ਬੀਬੀ ਜੀ ਇੱਕ ਮੂਸਾਵਾਲਾ ਕਤਲ ਕਾਂਡ ਦੇ ਵਿੱਚ ਜਿਹੜੇ ਅਸਲੀ ਆਰੋਪੀ ਹੈ ਸ਼ਾਰਪ ਸ਼ੂਟਰ ਨੇ, ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ। ਜਿਹੜੇ ਆਮ ਲੋਕ ਹੈਗੇ ਆ ਜਾਂ ਹੋਰ ਦੱਸਿਆ ਜਾ ਰਿਹਾ ਫੜੇ ਨੇ, ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ। ਕਿਸ ਤਰ੍ਹਾਂ ਦੇਖੋ, ਇਹ ਸਰਕਾਰ ਦੀ ਨਾਕਾਮੀ ਹੈ ਔਰ ਮੈਂ ਸਮਝਦੀ ਹਾਂ ਕਿ ਪਹਿਲਾਂ ਇਹ ਚੀਜ਼ ਦੇ ਵਿੱਚ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਕਦੇ ਨਹੀਂ ਹੋਇਆ ਕਿ ਇੱਕ ਉਹ ਆਦਮੀ ਜਿਹਦੇ ਬਾਰੇ ਸੈਂਟਰ ਏਜੰਸੀ ਅਤੇ ਸੂਬੇ ਦੀ ਏਜੰਸੀ ਕਹਿੰਦੀ ਹੋਵੇ ਨੂੰ ਖਤਰਾ ਹੈ, ਉਹਦੀ ਸਿਕਿਉਰਿਟੀ ਵਾਪਸ ਲੈ ਕੇ ਉਹਨੂੰ ਅਨਾਊਂਸ ਕੀਤਾ ਜਾਵੇ। ਇਸ ਕਰਕੇ ਉਹਦੇ ਵਿੱਚ ਵੀ ਇਹ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਦੂਜਾ ਹੈਗਾ, ਉਸ ਤੋਂ ਬਾਅਦ ਅੱਜ ਇੱਧਰ ਉੱਧਰ ਕੰਧਾਂ ਹੀ ਕੋਲੇ ਪਾਈ ਜਾਂਦੇ ਹੈ, ਅਸਲੀ ਥਾਂ 'ਤੇ ਸੀਰੀਅਸ ਹੈ ਨਹੀਂ। ਸਰਕਾਰ ਸਿਰਫ ਖਾਨਾ ਪੂਰਤੀ ਕਰ ਰਹੀ ਹੈ। ਸਰਕਾਰ ਸੀਰੀਅਸ ਹੋਵੇ ਤਾਂ ਸ਼ਾਮ ਨੂੰ ਫੜ ਲਵੇ। ਇਸੇ ਨੂੰ ਲੈ ਕੇ ਮਾਨਸਾ ਦੇ ਜਿਹੜੇ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਵੀ ਥੋੜਾ ਵੀ ਮੂਸੇਵਾਲਾ ਵਾਲਾ ਹਾਲ ਕਰਾਂਗੇ, ਗੈਂਗਸਟਰ ਲਗਾਤਾਰ ਧਮਕੀਆਂ ਲੈ ਰਹੀਆਂ। ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਮਾਨਸਾ ਦੇ ਵਪਾਰੀਆਂ ਨੂੰ ਜਿਹੜੇ ਧਮਕੀ? ਇੱਥੋਂ ਇੱਕ ਚੈਲੰਜ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਮੂਹਰੇ। ਇੱਕ ਤਾਂ ਉਹਨਾਂ ਨੇ ਐਡਾ ਵੱਡਾ ਸਾਡਾ ਇਹਨੂੰ ਹੀਰਾ ਮਾਰਤਾ, ਔਰ ਦੂਜਿਆਂ ਨੂੰ ਉਹ ਧਮਕੀਆਂ ਦਿੰਦੇ ਹੋਣ ਅਤੇ ਸਰਕਾਰ ਕੁਛ ਵੀ ਨਾ ਕਰੇ, ਸਰਕਾਰ ਇੱਥੇ ਬੈਠੀ ਹੋਵੇ। ਇਹ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਇਹਦਾ ਮਤਲਬ ਕਿ ਇਹਨਾਂ ਤੋਂ ਹੱਥ ਕੰਟਰੋਲ, ਹਾਲਾਤ ਕਾਬੂ 'ਚ ਨਹੀਂ ਹੈਗੇ। ਡਰ ਅਤੇ ਭੈ ਦਾ ਹਾਲਾਤ ਹੈ, ਲਾਅ ਐਂਡ ਆਰਡਰ ਦੀ ਮਾੜੀ ਹਾਲਤ ਹੈ, ਡੇ ਬਾਈ ਡੇ ਵਿਗੜ ਰਹੀ ਹੈ। ਪੰਜਾਬ ਦੇ ਹਾਲਾਤ ਨੂੰ ਅਮਨ ਸ਼ਾਂਤੀ ਨੂੰ ਖਤਰਾ ਹੈ। ਰਾਹੁਲ ਗਾਂਧੀ ਨੂੰ ਈਡੀ ਵੱਲੋਂ ਦੁਬਾਰਾ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਦੱਸਿਆ ਜਾ ਰਿਹਾ ਵਿਰੋਧੀ ਧਿਰ ਇਹ ਕਹਿੰਦੇ ਵੀ ਈਡੀ ਦੇ ਡਰ ਤੋਂ ਹੀ ਭਾਜਪਾ 'ਚ ਸ਼ਾਮਲ ਹੋ ਰਹੇ ਜਿਹੜੇ ਕਾਂਗਰਸੀ ਹੈਗੇ ਆ। ਦੇਖੋ, ਇਹ ਕਹਿਣਾ ਬੜਾ ਸੁਖਾਲਾ ਹੁੰਦਾ, ਕੋਈ ਵੀ ਕਿਸੇ ਵੱਲ ਕਹਿ ਸਕਦਾ, ਲੇਕਿਨ ਅੱਜ ਤੱਕ ਤਾਂ ਇਹਨਾਂ ਨੇ ਕੀਤਾ ਨਾ ਈਡੀ ਦਾ। ਅਖਬਾਰ ਅੱਜ ਨਿਕਲਿਆ, ਇਹ ਤਾਂ ਪਹਿਲਾਂ ਦਾ ਵੀ ਸੀਗਾ, ਪਹਿਲਾਂ ਕਿਉਂ ਨਹੀਂ ਕੀਤਾ? ਇਸ ਕਰਕੇ ਸਾਹਮਣੇ ਸਾਫ਼ ਨਜ਼ਰ ਆਉਂਦਾ ਕਿ 2024 ਦੇ ਕਰਕੇ ਇਹ ਪ੍ਰੈਸ਼ਰਾਈਜ਼ ਕਰਕੇ ਕਾਂਗਰਸ ਦੇ ਹਾਈ ਕਮਾਂਡ ਨੂੰ ਪ੍ਰੈਸ਼ਰਾਈਜ਼ ਕਰੋ, ਡਰਾਓ ਤਾਂ ਕਿ ਥੱਲੇ ਵਾਲੇ ਡਰ ਕੇ ਆਉਣ। ਇਹ ਇੱਕ ਪੋਲੀਟੀਕਲ ਕੋਝਾ ਹਥਿਆਰ ਹੈ ਜਿਹੜਾ ਵਰਤਿਆ ਇਹਨਾਂ ਨੇ। ਜਿਹੜੀ ਲਾਸਟ ਸਵਾਲ ਇਹ ਹੈ ਵੀ ਪੰਜਾਬ ਦੇ ਵਿਧਾਇਕਾਂ ਨੂੰ 8 ਜਿਹੜੇ ਫਲੈਟ ਨੇ ਉਹ ਹਜੇ ਤੱਕ ਖਾਲੀ ਨਹੀਂ ਕੀਤੇ। ਨਵਾਂ ਲੈਟਰ ਜਾਰੀ ਕੀਤਾ ਗਿਆ ਸਰਕਾਰ ਨੇ, ਅਤੇ ਕਿਸ ਤਰ੍ਹਾਂ ਦੇਖ ਰਹੇ ਹੋ ਵੀ ਉਹ ਖਾਲੀ ਕਰਨ ਵਾਸਤੇ ਕਿਹਾ ਗਿਆ ਵੀ ਜਲਦ ਤੋਂ ਜਲਦ ਖਾਲੀ ਕੀਤੇ ਨਹੀਂ ਐਕਸ਼ਨ ਲਿਆ ਜਾਊਗਾ? ਦੇਖੋ, ਕਿਸੇ ਦੇ ਕੋਈ ਕਾਰਨ ਹੋ ਸਕਦੇ, ਕੁਛ ਹੋ ਸਕਦੇ। ਇੱਕ ਤਾਂ ਮੈਂ ਸੁਣਿਆ ਸ਼ਾਇਦ MLA ਇੱਕ ਦੋ ਤਾਂ ਉਹਨਾਂ 'ਚੋਂ ਜਿਹਨੂੰ ਦੇਣੇ ਬਣਦੇ ਹੀ ਹੈਗੇ ਨੇ, ਅਤੇ ਇੱਕ ਦੋ ਥਾਵਾਂ 'ਤੇ ਸ਼ਾਇਦ ਕਿਸੇ ਦੇ ਕੋਈ ਬਿਮਾਰ ਸੀ, ਇੰਨੀ ਕੁ ਤਾਂ ਪੇਸ਼ੈਂਸ ਜੇ ਥੋੜ੍ਹੇ 8 ਹੀ ਰਹਿ ਗਏ ਆ, ਉਹਨਾਂ ਦੇ ਕੀ ਪ੍ਰੋਬਲਮਾਂ ਨੇ, ਕੀ ਨਹੀਂ। ਔਰ ਮੈਂ ਸਮਝਦੀ ਹਾਂ ਜੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ, ਜ਼ਰੂਰ ਖਾਲੀ ਕਰ ਦੇਣੇ ਚਾਹੀਦੇ ਆ। ਲੇਕਿਨ ਮੈਂ ਦੂਜੇ ਪਾਸੇ ਸਰਕਾਰ ਨੂੰ ਪੁੱਛਦੀ ਹਾਂ, ਇੱਕ ਔਰਤ ਨੇ ਜਿਹਨੇ ਟਾਈਮ ਤੋਂ ਪਹਿਲਾਂ ਖਾਲੀ ਕਰਤਾ, ਉਹਦੀ ਤਾਂ ਇਹਨਾਂ ਨੇ ਪਬਲਿਸਿਟੀ ਕੀਤੀ, ਨੋਟਿਸ ਭੇਜੇ, ਨੋਟਿਸ ਮੈਨੂੰ ਦਿੱਤਾ ਹੀ ਨਹੀਂ। ਚਿੱਠੀ ਮੈਂ ਦੇਖੀ ਹੈ ਕਿ ਉਹ ਤੋੜਤਾ ਬੋਰਡ 'ਤੇ, ਮੈਂ ਖਾਲੀ ਕਰਤਾ। ਅਤੇ ਇੱਕ ਇਹਨਾਂ ਨੇ, ਮੈਂ ਸਮਝਦੀ ਹੈਗੀ ਹਾਂ ਕਿ ਇਸ ਥਾਂ ਦੇ ਉੱਤੇ ਇਹ ਸਰਕਾਰ ਜਿਹੜੀ ਹੈਗੀ ਹੈ ਖਾਲੀ ਕਰਾਉਂਦੇ ਆ, ਉਹਨਾਂ ਦੀ ਸਿਚੁਏਸ਼ਨਾਂ ਦੇਖਣ। MLA ਐਕਸ MLA ਕਿਸੇ ਪ੍ਰੋਬਲਮ ਹੁੰਦੀ ਹੈ, ਅਤੇ ਜੇ ਨਹੀਂ ਤਾਂ ਕਰ ਸਕਦਾ ਜ਼ਰੂਰ ਖਾਲੀ ਕਰ ਦੇਣੀ।